Good morning students, my name is Ramandeep Singh. Mechanical third semester ਦੇ ਤੁਹਾਡਾ next subject ਹੈ ਉਹ ਹੈ metrology and instrumentation and according to Punjab Technical Education Board ਦਾ syllabus ਹੈ ਉਸ ਦੇ according ਜੋ ਤੁਹਾਡਾ first chapter ਹੈ ਉਹ ਹੈ introduction। ਯਾਨੀ ਕਿ introduction part ਦੇ ਵਿੱਚ ਆਪਾਂ ਕੀ ਕਰਾਂਗੇ metrology definition, different type of standards and ਜਦੋਂ ਆਪਾਂ measurement ਕਰਦੇ ਹਾਂ ਕਿਹੜੀਆਂ errors ਨੂੰ ਆਪਾਂ face ਕਰਦੇ ਹਾਂ ਐਂਡ ਉਹਨਾਂ ਦੇ ਸੋਲਿਊਸ਼ਨਸ ਕੀ ਨੇ ਉਹਨਾਂ ਜੋ ਸਭ ਬਾਰੇ ਆਪਾਂ ਕੀ ਕਰਾਂਗੇ ਇਸ ਫਸਟ ਚੈਪਟਰ ਦੇ ਵਿੱਚ ਸਟੱਡੀ ਕਰਾਂਗੇ। ਮੈਟਰੋਲੋਜੀ ਕੀ ਹੈ ਜੀ? ਸਾਇੰਸ ਆਫ ਮੈਜ਼ਰਮੈਂਟ, ਯਾਨੀ ਕਿ ਮੈਜ਼ਰਮੈਂਟ ਦੀ ਸਾਇੰਸ ਹੈ ਜਿਸ ਵਿੱਚ ਸਟੱਡੀ ਕਰਦੇ ਹਾਂ ਯੂਨਿਟਸ ਬਾਰੇ, ਕਿਹੜੇ ਯੂਨਿਟ, ਸਟੈਂਡਰਡ ਯੂਨਿਟ ਆਫ ਮੈਜ਼ਰਮੈਂਟ, ਇੰਸਟਰੂਮੈਂਟਸ ਬਾਰੇ, ਮੈਜ਼ਰਿੰਗ ਮੈਥਡਸ ਬਾਰੇ, ਐਰਰਸ ਹੁੰਦੇ ਜੋ ਮੈਜ਼ਰਮੈਂਟ ਦੇ ਵਿੱਚ। ਜਦੋਂ ਆਪਾਂ ਕੋਈ ਮੈਜ਼ਰਮੈਂਟ ਕਰਦੇ ਹਾਂ ਉਹ ਵੈਲਿਊ ਹਮੇ ਕਦੇ ਐਕੂਰੇਟ ਨਹੀਂ ਆਉਂਦੀ, ਟਰੂ ਵੈਲਿਊ ਤੋਂ ਥੋੜ੍ਹਾ ਬਹੁਤ ਡਿਫਰੈਂਸ ਹੋਵੇਗਾ, ਯਾਨੀ ਕਿ ਉਸ ਦੇ ਵਿੱਚ ਜੋ ਐਰਰ ਆਵੇਗੀ ਉਸਦੀ ਸਟੱਡੀ ਕਰਦੇ ਹਾਂ ਐਕੂਰੇਸੀ ਆਫ ਮੈਜ਼ਰਮੈਂਟ। ਤੁਹਾਡਾ ਇੰਸਟਰੂਮੈਂਟ ਕਿੰਨਾ ਐਕੂਰੇਟ ਹੈ, ਜੋ ਤੁਸੀਂ ਮੈਜ਼ਰ ਕੀਤਾ ਉਹ ਵੈਲਿਊ ਕਿੰਨੀ ਐਕੂਰੇਟ ਹੈ, ਇਹਨਾਂ ਚੀਜ਼ਾਂ ਬਾਰੇ ਸਟੱਡੀ ਕਰਦੇ ਹਾਂ। ਤੁਹਾਡੀ ਡੈਫੀਨੇਸ਼ਨ ਬਣ ਜਾਂਦੀ ਹੈ ਕਿ ਸਾਇੰਸ ਹੈ ਮੈਜ਼ਰਮੈਂਟ ਦੀ ਜੋ ਡੀਲ ਕਰਦੀ ਆ ਯੂਨਿਟਸ ਨਾਲ, ਮੈਜ਼ਰਿੰਗ ਮੈਥਡਸ ਨਾਲ, ਐਰਰ ਆਫ ਮੈਜ਼ਰਮੈਂਟ ਐਂਡ ਐਕੂਰੇਸੀ ਆਫ ਮੈਜ਼ਰਮੈਂਟ। ਇਹਦੇ ਵਿੱਚ ਆਪਾਂ ਕਿਹੜੇ ਪੈਰਾਮੀਟਰਸ ਨੂੰ ਕੰਸੀਡਰ ਕਰਦੇ ਹਾਂ? ਕੋਈ ਮੈਥਡ ਮੈਜ਼ਰਮੈਂਟ ਜੋ ਉਹਨੇ ਡਿਵੈਲਪਮੈਂਟ ਬਾਰੇ, ਕੋਈ ਇੰਸਟਰੂਮੈਂਟ ਹੈ ਯਾਨੀ ਕਿ ਉਹਦੀ ਸਿਲੈਕਸ਼ਨ ਕਿੱਦਾਂ ਕਰਨੀ, ਕਰੈਕਟ ਇੰਸਟਰੂਮੈਂਟ ਨੂੰ ਸਿਲੈਕਟ ਕਰਨਾ, ਡਿਵਾਈਸ ਨੂੰ ਜਿਸ ਨਾਲ ਆਪਾਂ ਮੈਜ਼ਰਮੈਂਟ ਕਰਨੀ ਹੈ, ਜੋ ਐਕੂਰੇਸੀ ਹੈ ਮੈਜ਼ਰਿੰਗ ਮੈਥਡ ਦੀ ਐਂਡ ਇੰਸਟਰੂਮੈਂਟ ਦੀ ਉਹਨੂੰ ਉਸਦਾ ਐਨਾਲਿਸਿਸ ਕਰਨਾ, ਅਤੇ ਕਾਜ਼ਜ਼ ਨੂੰ ਸਰਚ ਕਰਨਾ ਜਿਸ ਕਰਕੇ ਐਰਰ ਆਈ ਐਂਡ ਮੈਥਡ ਡਿਵੈਲਪ ਕਰਨੀ ਉਸਨੂੰ ਰਿਮੂਵ ਕਰਨ ਲਈ, ਐਂਡ ਇਹ ਇਨਸ਼ੋਰ ਕਰਨਾ ਕਿ ਤੁਹਾਡੀ ਮੈਜ਼ਰਮੈਂਟ ਦੇ ਦੌਰਾਨ ਜੋ ਯੂਨੀਫਾਰਮਿਟੀ ਰਹੇ ਥਰੂ ਆਊਟ ਦੀ ਵਰਲਡ, ਯਾਨੀ ਕਿ ਤੁਸੀਂ ਚਾਹੇ ਇੰਡੀਆ ਦੇ ਵਿੱਚ ਮੈਜ਼ਰ ਕਰ ਰਹੇ ਹੋ ਚਾਹੇ USA ਵਿੱਚ ਮੈਜ਼ਰ ਕਰ ਰਹੇ ਹੋ, ਤੁਹਾਡੀ ਮੈਜ਼ਰਮੈਂਟ ਦੇ ਵਿੱਚ ਯੂਨੀਫਾਰਮਿਟੀ ਹੋਣੀ ਚਾਹੀਦੀ ਆ। ਇਹਨਾਂ ਪੈਰਾਮੀਟਰਸ ਬਾਰੇ ਆਪਾਂ ਇਸ ਚੈਪਟਰ ਦੇ ਵਿੱਚ ਮੈਟਰੋਲੋਜੀ ਦੇ ਵਿੱਚ ਫੋਕਸ ਕਰਦੇ ਹਾਂ। ਮੈਟਰੋਲੋਜੀ ਦੇ ਵਿੱਚ ਇਹਨਾਂ ਪੈਰਾਮੀਟਰ ਦੇ ਉੱਤੇ ਫੋਕਸ ਕਰਦੇ ਹਾਂ। ਜੋ ਨੈਕਸਟ ਹੈ ਜੋ ਆਪਣਾ ਟਾਈਪਸ ਆਫ ਮੈਟਰੋਲੋਜੀ। ਜੋ ਮੈਟਰੋਲੋਜੀ ਨੂੰ ਆਪਾਂ ਤਿੰਨ ਦੇ ਭਾਗਾਂ ਵਿੱਚ ਵੰਡ ਸਕਦੇ ਹਾਂ। ਫਸਟ ਹੈ ਇੰਜੀਨੀਅਰਿੰਗ ਮੈਟਰੋਲੋਜੀ ਐਂਡ ਨੈਕਸਟ ਹੈ ਲੀਗਲ ਮੈਟਰੋਲੋਜੀ, ਲਾਸਟ ਹੈ ਡਾਇਨਾਮਿਕ ਮੈਟਰੋਲੋਜੀ। ਜੋ 1 ਬਾਏ 1 ਆਪਾਂ ਇਹਨੂੰ ਡਿਸਕਸ ਕਰਾਂਗੇ। ਜੋ ਫਸਟ ਇੰਜੀਨੀਅਰਿੰਗ ਮੈਟਰੋਲੋਜੀ ਹੈ ਇਸ ਦੇ ਵਿੱਚ ਆਪਾਂ ਲੈਂਥ ਐਂਗਲ ਨੂੰ ਮੈਜ਼ਰ ਕਰਦੇ ਹਾਂ, ਯਾਨੀ ਕਿ ਇਸ ਦੇ ਵਿੱਚ ਲੀਨੀਅਰ ਅਤੇ ਐਂਗੂਲਰ ਜੋ ਨੇ ਉਸ ਨੂੰ ਆਪਾਂ ਮੈਜ਼ਰਮੈਂਟ ਕਰਦੇ ਹਾਂ। ਲੈਂਥ ਨੂੰ ਆਪਾਂ ਕਰਾਂਗੇ ਲੀਨੀਅਰ ਹੈਗੇ, ਜੋ ਐਂਗਲਸ ਨੇ ਉਹ ਕੀ ਨੇ ਐਂਗੂਲਰ, ਯਾਨੀ ਕਿ ਆਪਾਂ ਇਸ ਨੂੰ ਥੀਟਾ ਡਿਗਰੀ ਵਿੱਚ ਮੈਜ਼ਰ ਕਰਾਂਗੇ ਜਾਂ ਰੇਡੀਅਨ ਦੇ ਵਿੱਚ ਮੈਜ਼ਰ ਕਰਾਂਗੇ। ਜੋ ਲੈਂਥ ਉਸ ਨੂੰ ਮੀਟਰ, ਸੈਂਟੀਮੀਟਰ, MM ਦੇ ਵਿੱਚ ਮੈਜ਼ਰ ਕਰਾਂਗੇ। ਜੋ ਇੰਜੀਨੀਅਰਿੰਗ ਮੈਟਰੋਲੋਜੀ ਹੈ ਸਿਰਫ ਇਸ ਨਾਲ ਹੀ ਡੀਲ ਨਹੀਂ ਕਰਦੀ, ਇਹ ਡੀਲ ਕਰਦੀ ਹੈ ਇੰਸਪੈਕਸ਼ਨ ਦੇ ਨਾਲ ਵੀ। ਇੰਸਪੈਕਸ਼ਨ ਦੇ ਵਿੱਚ ਕੀ ਹੁੰਦਾ ਵੀ ਤੁਹਾਡਾ ਦੇਖਿਆ ਜਾਂਦਾ ਤੁਹਾਡਾ ਇੰਸਟਰੂਮੈਂਟ ਕਿੰਨਾ ਸਹੀ ਆ, ਜੋ ਤੁਹਾਡੀ ਰੀਡਿੰਗ ਕਿੰਨੀ ਸਹੀ ਹੈ, ਜਾਂ ਡਿਜ਼ਾਈਨ, ਮੈਨੂਫੈਕਚਰਿੰਗ ਅਤੇ ਟੈਸਟਿੰਗ ਜੋ ਗੇਜਸ ਲੱਗੇ ਹੁੰਦੇ ਨੇ, ਜੋ ਇੰਡਸਟਰੀ ਦੇ ਵਿੱਚ ਪ੍ਰੈਸ਼ਰ ਗੇਜ ਜਾਂ ਕੋਈ ਹੋਰ ਵੀ ਗੇਜ ਨੇ, ਉਹਨੇ ਡਿਜ਼ਾਈਨਿੰਗ ਬਾਰੇ, ਉਹਨੇ ਮੈਨੂਫੈਕਚਰਿੰਗ ਕਿੱਦਾਂ ਹੋਈਆਂ, ਟੈਸਟਿੰਗ ਕਿੱਦਾਂ ਹੋਈਆਂ, ਉਹਨਾਂ ਬਾਰੇ ਵੀ ਇੰਜੀਨੀਅਰਿੰਗ ਮੈਟਰੋਲੋਜੀ ਦੇ ਵਿੱਚ ਡੀਲ ਕੀਤਾ ਜਾਂਦਾ। ਜਾਂ ਮੈਥਡਸ ਕੀ ਨੇ ਮੈਜ਼ਰਮੈਂਟ ਦੇ, ਜਾਂ ਐਰਰਸ ਕੀ ਆ ਰਹੀਆਂ ਮੈਜ਼ਰਮੈਂਟ ਦੀਆਂ, ਇਹਨਾਂ ਤੋਂ ਸਾਰੀਆਂ ਚੀਜ਼ਾਂ ਬਾਰੇ ਇੰਜੀਨੀਅਰਿੰਗ ਮੈਟਰੋਲੋਜੀ ਦੇ ਵਿੱਚ ਡੀਲ ਕੀਤਾ ਜਾਂਦਾ। ਜੋ ਨੈਕਸਟ ਹੈ ਜੋ ਲੀਗਲ ਮੈਟਰੋਲੋਜੀ, ਤੁਸੀਂ ਇਸ ਨੂੰ ਯਾਦ ਰੱਖ ਸਕਦੇ ਹੋ ਜਿੱਦਾਂ ਇੱਕ ਸਿੰਪਲ ਮੈਥਡ ਏਮ। A ਦਾ ਮਤਲਬ ਐਕੂਰੇਸੀ, I ਦਾ ਮਤਲਬ ਇੰਸਪੈਕਸ਼ਨ, M ਦਾ ਮਤਲਬ ਮੈਥਡ, ਯਾਨੀ ਕਿ ਤੁਸੀਂ ਇਹਦੇ ਵਿੱਚ ਐਕੂਰੇਸੀ ਨੂੰ ਡੀਲ ਕਰਦੇ ਹੋ ਵੀ ਤੁਹਾਡੀ ਜੋ ਰੀਡਿੰਗ ਆ ਰਹੀ ਉਹ ਕਿੰਨੀ ਐਕੂਰੇਟ ਹੈ, ਐਂਡ ਯੂਨਿਟਸ ਕੀ ਨੇ ਮੈਜ਼ਰਮੈਂਟ ਦੇ, ਇੰਸਪੈਕਸ਼ਨ ਨਾਲ ਤੁਸੀਂ ਡੀਲ ਕਰਦੇ ਹੋ, ਅਤੇ ਮੈਥਡ ਨਾਲ ਵੀ ਡੀਲ ਕਰਦੇ ਹੋ ਮੈਜ਼ਰਮੈਂਟ ਦੇ। ਤੁਸੀਂ ਇਸ ਤੋਂ ਯਾਦ ਰੱਖ ਸਕਦੇ ਹੋ। ਜੋ ਲੀਗਲ ਮੈਟਰੋਲੋਜੀ ਹੁੰਦੀ ਹੈ ਜੀ, ਇਸ ਦੇ ਵਿੱਚ ਆਪਾਂ ਹੋਰ ਕੀ ਕਰਦੇ ਹਾਂ, ਜੋ ਮੈਜ਼ਰਿੰਗ ਇੰਸਟਰੂਮੈਂਟ ਨੇ, ਜੋ ਮੈਜ਼ਰਿੰਗ ਤੁਹਾਡੇ ਇੰਸਟਰੂਮੈਂਟ ਨੇ ਉਹਨਾਂ ਦਾ ਰਿਲੇਸ਼ਨ ਕੀ ਆ ਉਹ ਟੈਕਨੀਕਲ ਜਾਂ ਲੀਗਲ ਰਿਕੁਆਇਰਮੈਂਟਸ ਦਾ। ਲੀਗਲ ਰਿਕੁਆਇਰਮੈਂਟਸ ਮਤਲਬ ਜਿੱਦਾਂ ਕਿ ਨੈਸ਼ਨਲ ਸਰਵਿਸ ਆਫ ਲੀਗਲ ਮੈਟਰੋਲੋਜੀ ਹੈ, ਇੱਕ ਨੈਸ਼ਨਲ ਇੰਸਟੀਚਿਊਟ ਹੈ ਜੋ ਕਿ ਮੇਨਟੇਨ ਕਰਦਾ ਹੈ ਯੂਨੀਫਾਰਮਿਟੀ, ਮੇਨਟੇਨ ਕਰਦਾ ਮੈਜ਼ਰਮੈਂਟ ਦੇ ਵਿੱਚ। ਯਾਨੀ ਕਿ ਅਗਰ ਤੁਸੀਂ ਕਿਸੇ ਕੋਈ ਇੱਕ ਪਰਟੀਕੂਲਰ ਚੀਜ਼ ਨੂੰ ਤੁਸੀਂ ਤਾਮਿਲਨਾਡੂ ਦੇ ਵਿੱਚ ਮੈਜ਼ਰ ਕਰ ਰਹੇ ਹੋ ਔਰ ਉਸ ਤੋਂ ਬਾਅਦ ਤੁਸੀਂ ਪੰਜਾਬ ਦੇ ਵਿੱਚ ਮੈਜ਼ਰ ਕਰ ਰਹੇ ਹੋ, ਯਾਨੀ ਕਿ ਉਹਨਾਂ ਵਿੱਚ ਯੂਨੀਫਾਰਮਿਟੀ ਰਹੇ ਉਹਦੇ ਮੈਜ਼ਰਮੈਂਟ ਦੇ ਵਿੱਚ। ਅਤੇ ਹੋਰ ਕੀ ਕਰਦੇ, ਤੁਸੀਂ ਕੰਪੇਅਰ ਕਰਦੇ ਹੋ ਨੈਸ਼ਨਲ ਸਟੈਂਡਰਡਸ ਨੇ ਕਿਹਦੇ ਨਾਲ, ਇੰਟਰਨੈਸ਼ਨਲ ਸਟੈਂਡਰਡਸ ਦੇ ਨਾਲ, ਤਾਂ ਕਿ ਜੋ ਥਰੂ ਆਊਟ ਦੀ ਵਰਲਡ ਹੈ ਯੂਨੀਫਾਰਮਿਟੀ ਬਣੀ ਰਹੇ।
ਤੇ ਤੇ ਡਿਟੈਕਟ ਕਰਦਾ ਫਰੋਡ, ਜੋ ਮੈਜ਼ਰਮੈਂਟ ਦੇ ਵਿੱਚ ਫਰੋਡ ਹੁੰਦੇ ਨੇ, ਤੇ ਇਨਸ਼ੋਰ ਕਰਦਾ ਐਕੂਰੇਸੀ ਨੂੰ। ਫਰੋਡ ਮਤਲਬ ਵੀ ਅਗਰ ਕੋਈ 1 kg ਦਾ ਕੋਈ ਆਪਾਂ ਕੋਈ ਮਸ਼ੀਨ ਹੈ ਯੂਜ਼ ਕਰ ਰਹੇ ਹਾਂ, ਐਂਡ ਕੋਈ ਹੋਰ ਸ਼ੌਪਕੀਪਰ ਹੈ ਜੋ ਇਸ ਦੇ ਵਿੱਚ ਜੋ ਅਲੱਗ ਕੀ ਕਰ ਰਿਹਾ ਪੈਰਾਮੀਟਰ ਯੂਜ਼ ਕਰ ਰਿਹਾ 1 kg ਦੇ ਲਈ, ਯਾਨੀ ਕਿ ਇਹ ਫਰੋਡਸ ਨੂੰ ਕੀ ਕਰਦੀ ਹੈ, ਮੋਨੀਟਰ ਕਰਦੀ ਹੈ ਅਤੇ ਇਨਸ਼ੋਰ ਕਰਦੀ ਹੈ ਐਕੂਰੇਸੀ ਨੂੰ। ਹੋਰ ਕੀ ਕਰਦੇ, ਕੰਜ਼ਰਵੇਸ਼ਨ ਆਫ ਯੂਨਿਟਸ, ਯਾਨੀ ਕਿ ਯੂਨਿਟਸ ਨੇ ਮਤਲਬ ਥਰੂ ਆਊਟ ਵਰਲਡ ਕਹਿ ਲਓ ਜਾਂ ਥਰੂ ਆਊਟ ਨੈਸ਼ਨਲ ਵੀ ਇੰਡੀਆ ਦੇ ਵਿੱਚ ਕਹਿ ਲਓ, ਯਾਨੀ ਕਿ ਉਹ ਸੇਮ ਰਹਿਣ, ਉਹਨੂੰ ਕੰਜ਼ਰਵ ਕਰਦੀ ਆ। ਯਾਨੀ ਕਿ ਯੂਨਿਟ ਨੂੰ ਰੀਪਰੋਡਕਸ਼ਨ ਕਰ ਸਕਦੀ ਹੈ, ਕੋਈ ਯੂਨਿਟ ਹੈ ਉਹਨੂੰ ਦੁਬਾਰਾ ਚੇਂਜ ਕਰ ਸਕਦੀ ਹੈ, ਰੀਪਰੋਡਕਸ਼ਨ ਹੋ ਸਕਦੀ ਹੈ, ਕੁਆਲਿਟੀ ਇਨਸ਼ੋਰ ਕਰਦੀ ਹੈ। ਅਤੇ ਇਹ ਸਾਇੰਟੀਫਿਕ ਟੈਕਨੀਕਲ ਫੀਲਡ ਦੇ ਵਿੱਚ ਟ੍ਰੇਨਿੰਗ ਔਰਗੇਨਾਈਜ਼ ਕਰਦੀਆਂ ਨੇ। ਜੋ ਮੈਟਰੋਲੋਜੀ ਦੇ ਡਿਪਾਰਟਮੈਂਟ ਹੈ, ਨੈਸ਼ਨਲ ਸਰਵਿਸ ਲੀਗਲ ਮੈਟਰੋਲੋਜੀ ਕੀ ਕਹਿੰਦੇ, ਟ੍ਰੇਨਿੰਗ ਵੀ ਔਰਗੇਨਾਈਜ਼ ਕਰਦੀ ਹੈ। ਠੀਕ ਹੈ ਜੀ। ਜੋ ਲਾਸਟ ਹੈ ਜੀ ਉਹ ਡਾਇਨਾਮਿਕ ਮੈਟਰੋਲੋਜੀ, ਇਸ ਦੇ ਵਿੱਚ ਕਿ ਸਮਾਲ ਵੇਰੀਏਸ਼ਨ ਨਾਲ ਡੀਲ ਕੀਤਾ ਜਾਂਦਾ ਹੈ। ਅਗਰ ਕੋਈ ਮੈਜ਼ਰਮੈਂਟ ਦੇ ਵਿੱਚ ਸਮਾਲ ਵੇਰੀਏਸ਼ਨ ਹੈ, ਉਸ ਦੇ ਨਾਲ ਇਸ ਦੇ ਵਿੱਚ ਡੀਲ ਕੀਤਾ ਜਾਂਦਾ ਹੈ। ਜੋ ਨੈਕਸਟ ਹੈ ਜੋ ਇੰਪੋਰਟੈਂਸ ਮੈਟਰੋਲੋਜੀ ਇੰਪੋਰਟੈਂਸ ਕੀ ਹੈ। ਪਹਿਲੀ ਕਿ ਇੰਟਰਚੇਂਜੇਬਿਲਿਟੀ ਆਫ ਕੰਪੋਨੈਂਟ। ਇੰਟਰਚੇਂਜੇਬਿਲਿਟੀ ਕੰਪੋਨੈਂਟ ਦਾ ਮਤਲਬ ਮੰਨ ਲਓ ਕੋਈ ਲੇਥ ਮਸ਼ੀਨ ਹੈ, ਉਸ ਦੇ ਲਈ ਮੈਂ ਕੋਈ ਨਟ ਬੋਲਟ ਬਣਾ ਰਿਹਾ, ਉਹਦੇ ਲਈ ਨਟ ਬੋਲਟ ਜੋ ਮੈਂ ਇੱਕ ਬਣਾਇਆ ਇਹ ਨਹੀਂ ਹੋਵੇਗਾ, ਮੈਂ ਦੂਸਰੀ ਲੇਥ ਲਈ ਅਲੱਗ ਬਣਾਊਂਗਾ। ਯਾਨੀ ਕਿ ਜੋ ਮੈਂ ਇੱਕ ਨਟ ਐਂਡ ਬੋਲਟ ਬਣਾਇਆ ਕਿ ਉਹ ਸਾਰਿਆਂ ਦੇ ਵਿੱਚ ਐਡਜਸਟ ਹੋ ਜਾਵੇ, ਸਾਰੀਆਂ ਲੇਥ ਦੇ ਵਿੱਚੋਂ ਲੱਗ ਜਾਵੇ। ਠੀਕ ਹੈ ਜੀ। ਯੂਜ਼ ਆਫ ਗੇਜਰ, ਸਪੀਡ ਅਪ ਇੰਸਪੈਕਸ਼ਨ। ਅਗਰ ਆਪਾਂ ਇੰਡਸਟਰੀ ਦੇ ਵਿੱਚ ਗੇਜਰ ਯੂਜ਼ ਕਰਦੇ ਹਾਂ, ਪ੍ਰੈਸ਼ਰ ਗੇਜ, ਵਾਟਰ ਲੈਵਲ ਗੇਜ ਯੂਜ਼ ਕਰਦੇ ਹਾਂ, ਤਾਂ ਕੀ ਹੁੰਦਾ ਇੰਸਪੈਕਸ਼ਨ ਦੇ ਵਿੱਚ ਸਪੀਡ ਅਪ ਮਿਲਦੀ। ਯਾਨੀ ਕਿ ਮੈਟਰੋਲੋਜੀ ਦੇ ਜੋ ਇੰਸਟਰੂਮੈਂਟ ਨੇ ਉਹਨਾਂ ਦੀ ਕਾਫੀ ਇੰਪੋਰਟੈਂਸ ਹੈ ਇੰਜੀਨੀਅਰਿੰਗ ਦੇ ਵਿੱਚ। ਅਤੇ ਸਰਫੇਸ ਪੈਰਾਮੀਟਰਸ ਨੇ ਜੋ, ਯਾਨੀ ਕਿ ਮੈਟਰੋਲੋਜੀ ਦੇ ਵਿੱਚ ਆਪਾਂ ਕੀ ਕਰਦੇ ਹਾਂ, ਰਾਊਂਡਨੈਸ ਦੱਸ ਸਕਦੇ ਹਾਂ, ਰਫਨੈਸ ਕਿੰਨੀ ਆ ਸਰਫੇਸ ਦੀ, ਟੇਪਰ ਕਿੰਨਾ, ਉਹ ਚੀਜ਼ਾਂ ਦੱਸ ਸਕਦੇ ਹਾਂ। ਕਿਸੇ ਚੀਜ਼ ਦੀ ਟੂਲ ਦੀ ਅਲਾਈਨਮੈਂਟ ਕਰ ਸਕਦੇ ਹਾਂ। ਯਾਨੀ ਕਿ ਇਹ ਇੰਪੋਰਟੈਂਸ ਹੈ ਮੈਟਰੋਲੋਜੀ ਦੀ। ਦੈਨ ਓਬਜੈਕਟਿਵਸ ਕੀ ਨੇਗੇ ਜੋ ਮੈਟਰੋਲੋਜੀ ਦੇ ਆਪਣੇ ਓਬਜੈਕਟਿਵ ਸੇਮ ਕੋਈ ਨੋਰਮਲ ਨੇਗੇ। ਐਕੂਰੇਸੀ ਮੇਨਟੇਨ ਹੋਣੀ ਚਾਹੀਦੀ ਹੈ, ਸਟੈਂਡਰਡਾਈਜ਼ ਮੈਜ਼ਰਿੰਗ ਮੈਥਡ ਹੋਣੇ ਚਾਹੀਦੇ ਨੇ, ਇੰਸਪੈਕਸ਼ਨ ਕੋਸਟ ਮਿਨੀਮਾਈਜ਼ ਹੋਣੀ ਚਾਹੀਦੀ ਹੈ। ਉਹ ਕਿੱਦਾਂ ਹੋ ਸਕਦੀ ਹੈ ਮਿਨੀਮਾਈਜ਼ ਕੋਸਟ, ਯਾਨੀ ਕਿ ਜੇ ਟਾਈਮ ਘੱਟ ਲੱਗੂਗਾ ਆਪਾਂ ਕੀ ਕਰ ਸਕਦੇ ਹਾਂ, ਗੇਜਰ ਯੂਜ਼ ਕਰ ਸਕਦੇ ਹਾਂ। ਐਵੈਲੂਏਟ ਨਿਊਲੀ ਡਿਵੈਲਪਡ ਜੋ ਕੰਪੋਨੈਂਟ ਹੈ, ਅਗਰ ਕੋਈ ਕੰਪੋਨੈਂਟ ਡਿਵੈਲਪ ਹੋਇਆ ਉਸਨੂੰ ਐਵੈਲੂਏਟ ਕਰਨਾ, ਐਨਾਲਿਸਿਸ ਕਰਨਾ, ਪ੍ਰੋਬਲਮ ਸੋਲਵ ਕਰਨੀਆਂ ਜੋ ਇੰਸਪੈਕਸ਼ਨ ਦੀਆਂ ਨੇ। ਅਗਰ ਇੰਸਪੈਕਸ਼ਨ ਦੇ ਵਿੱਚ ਕੋਈ ਪ੍ਰੋਬਲਮ ਆ ਗਈ ਉਸਨੂੰ ਸੋਲਵ ਕਰਨਾ, ਅਤੇ ਜੋ ਗੇਜਸ ਨੇ ਉਸਨੂੰ ਡਿਜ਼ਾਈਨ ਕਰਨਾ। ਇਹ ਕੀ ਨੇ ਓਬਜੈਕਟਿਵਸ ਨੇ ਮੈਟਰੋਲੋਜੀ ਦੇ। ਜੋ ਨੈਕਸਟ ਹੈ ਜੀ ਉਹ ਨੇ ਆਪਣੇ ਸਟੈਂਡਰਡਸ ਆਫ ਮੈਜ਼ਰਮੈਂਟ। ਸਟੈਂਡਰਡ ਆਫ ਮੈਜ਼ਰਮੈਂਟ ਕੀ ਨੇ, ਇਹ ਇੱਕ ਸੈਟਅਪ ਹੈ ਕਿਸ ਦੇ ਦੁਆਰਾ, ਕਿਸੇ ਅਥਾਰਟੀ ਦੁਆਰਾ ਇੱਕ ਰੂਲ ਹੈ। ਕਿਸ ਦੇ ਲਈ ਇਹ ਰੂਲ ਹੈ, ਜੋ ਮੈਜ਼ਰਮੈਂਟ ਕਰਦੇ ਨੇ ਫਿਜ਼ੀਕਲ ਕੁਆਂਟਿਟੀ ਦੇ ਪ੍ਰੋਪਰਟੀ ਦਾ। ਫਿਜ਼ੀਕਲ ਕੁਆਂਟਿਟੀ ਦੇ ਪ੍ਰੋਪਰਟੀ ਨੂੰ ਮੈਜ਼ਰ ਕਰਨ ਦੇ ਲਈ ਇੱਕ ਰੂਲ ਬਣਾਏ ਗਏ ਨੇ ਕਿਸੇ ਅਥਾਰਟੀ ਦੁਆਰਾ, ਜਿਨ੍ਹਾਂ ਦਾ ਓਬਜੈਕਟਿਵ ਹੈ ਜੀ ਸਪੋਰਟ ਕਰਨਾ ਸਿਸਟਮ ਨੂੰ, ਕਿਸ ਦੇ ਲਈ ਜੋ ਕਿ ਜਿਹੜੀ ਯੂਨੀਫਾਰਮ ਮੈਜ਼ਰਮੈਂਟ ਹੈ ਥਰੂ ਆਊਟ ਦੀ ਵਰਲਡ, ਯਾਨੀ ਕਿ ਸਾਰੇ ਵਰਲਡ ਦੇ ਵਿੱਚ ਜੋ ਯੂਨੀਫਾਰਮਿਟੀ ਹੋਵੇ ਮੈਜ਼ਰਮੈਂਟ ਸਿਸਟਮ ਦੇ ਵਿੱਚ। ਐਂਡ ਇਹ ਕੀ ਕਰਦਾ ਜੀ, ਹੈਲਪ ਕਰਦਾ ਮਾਸ ਪ੍ਰੋਡਕਸ਼ਨ ਦੇ ਵਿੱਚ। ਇਹ ਕੀ ਹੈਲਪ ਕਰਦਾ ਮਾਸ ਪ੍ਰੋਡਕਸ਼ਨ ਦੇ ਵਿੱਚ, ਯਾਨੀ ਕਿ ਜੋ ਸਟੈਂਡਰਡ ਹੈ ਕਿ ਡਿਫਾਈਨਡ ਹੈ ਸਮਥਿੰਗ ਵਿਚ ਹੈ ਸੈਟਅਪ ਐਂਡ ਐਸਟੈਬਲਿਸ਼ਡ ਬਾਈ ਅਥਾਰਟੀ। ਯਾਨੀ ਕਿ ਸੈਟਅਪ ਹੈ ਜੋ ਇੱਕ ਅਥਾਰਟੀ ਦੁਆਰਾ ਐਸਟੈਬਲਿਸ਼ ਕੀਤਾ ਗਿਆ। ਜੋ ਰੂਲ ਹੈ ਉਹ ਕਿਹਨਾਂ ਦੇ ਲਈ ਹੈ, ਮੈਜ਼ਰਮੈਂਟ ਫਿਜ਼ੀਕਲ ਕੁਆਂਟਿਟੀ, ਕਿਸੇ ਕੁਆਂਟਿਟੀ ਜਾਂ ਪ੍ਰੋਪਰਟੀ ਨੂੰ ਮੈਜ਼ਰ ਕਰਨ ਦੇ ਲਈ ਇੱਕ ਸੈਟ ਆਫ ਰੂਲਸ ਨੇਗੇ। ਦ ਓਬਜੈਕਟਿਵ ਆਫ ਸਟੈਂਡਰਡ ਇਜ਼ ਟੂ ਸਪੋਰਟ ਦੀ ਸਿਸਟਮ। ਓਬਜੈਕਟਿਵ ਕੀ ਹੈ ਸਟੈਂਡਰਡਸ ਦਾ, ਟੂ ਸਪੋਰਟ ਕਰਨਾ ਸਿਸਟਮ ਨੂੰ, ਕਿਹੜੇ ਨੂੰ, ਜਿਹੜਾ ਕੀ ਕਰਦਾ ਵਿੱਚ ਮੇਕਸ ਯੂਨੀਫਾਰਮ ਮੈਜ਼ਰਮੈਂਟ ਥਰੂ ਆਊਟ ਦੀ ਵਰਲਡ, ਜਿਹੜਾ ਕਿ ਸਾਰੇ ਵਰਲਡ ਦੇ ਵਿੱਚ ਯੂਨੀਫਾਰਮ ਮੈਜ਼ਰਮੈਂਟ ਨੂੰ ਕੀ ਰੱਖਦਾ, ਯੂਨੀਫਾਰਮ ਰੱਖਦਾ। ਐਂਡ ਹੈਲਪ ਕਰਦਾ ਇੰਟਰਚੇਂਜੇਬਿਲਿਟੀ ਦੇ ਵਿੱਚ ਇਨ ਮਾਸ ਪ੍ਰੋਡਕਸ਼ਨ। ਇੰਟਰਚੇਂਜੇਬਿਲਿਟੀ ਪਹਿਲਾਂ ਜੋ ਆਪਾਂ ਗੱਲ ਕੀਤੀ ਹੈ, ਜੇ ਆਪਾਂ ਕੋਈ ਇੱਕ ਪਾਰਟ ਬਣਾਉਣੇ ਆ ਕਿ ਉਹ ਪਾਰਟ ਹਰ ਮਸ਼ੀਨ 'ਤੇ ਜਿੱਦਾਂ ਕਿ ਲੇਥ ਲਈ ਇੱਕ ਪਾਰਟ ਬਣਾਇਆ ਗਿਆ ਉਹ ਤੋਂ ਹਰ ਇੱਕ ਉਸ ਟਾਈਪ ਦੀ ਲੇਥ 'ਤੇ ਲੱਗ ਜੇ। ਜਿੱਦਾਂ ਕੋਈ ਸਵਰਾਜ ਟਰੈਕਟਰ ਦਾ ਪਿਸਟਨ ਹੈ ਤਾਂ ਹਰ ਸਵਰਾਜ ਟਰੈਕਟਰ ਦੇ ਵਿੱਚ ਉਹ ਫਿੱਟ ਹੋ ਜੇ। ਯਾਨੀ ਇਹ ਨਹੀਂ ਵੀ ਹਰ ਇੱਕ ਸਵਰਾਜ 855 ਜੋ ਵੀ ਟਰੈਕਟਰ ਹੈ ਹਰ ਦੇ ਵਿੱਚ ਅਲੱਗ ਅਲੱਗ ਲੱਗੇਗਾ। ਤਾਂ ਵੇਰੀਅਸ ਟਾਈਪ ਦੇ ਸਟੈਂਡਰਡਸ ਨੇ, ਲਾਈਨ ਸਟੈਂਡਰਡ, ਐਂਡ ਸਟੈਂਡਰਡ ਐਂਡ ਵੇਵਲੈਂਥ ਸਟੈਂਡਰਡ। ਫਸਟ ਆਪਾਂ ਡਿਸਕਸ ਕਰਾਂਗੇ ਲਾਈਨ ਸਟੈਂਡਰਡ। ਲਾਈਨ ਸਟੈਂਡਰਡ ਕੀ ਹੈ ਜੀ, ਡਿਸਟੈਂਸ ਮੈਜ਼ਰ ਕਰਦੇ ਹਾਂ ਦੋ
ਇਨਗ੍ਰੇਵਡ ਲਾਈਨਸ ਦੇ ਵਿੱਚ, ਇਨਗ੍ਰੇਵਡ ਲਾਈਨ ਦੇ ਵਿੱਚ ਮਤਲਬ ਜੋ ਕੋਈ ਮੈਟਲ ਪੀਸ ਹੈ ਕੁਛ ਵੀ ਉਹਦੇ ਵਿੱਚ ਆਪਾਂ ਇੱਕ ਲਾਈਨ ਇਨਗ੍ਰੇਵ ਕਰਤੀ, ਜਾਣੀ ਕਿ ਉਹਦੇ ਵਿੱਚ ਖੁਦੀ ਹੋਈ ਹੈ ਉਸਦੇ ਵਿੱਚ ਇਨਗ੍ਰੇਵਡ ਲਾਈਨ ਦੇ ਵਿੱਚ, ਇਹਨੂੰ ਕੀ ਕਹਿੰਦੇ ਲਾਈਨ ਸਟੈਂਡਰਡ। ਦੋ ਟਾਈਪਸ ਦੇ ਹੁੰਦੇ ਨੇ, ਯਾਰਡ ਐਂਡ ਮੀਟਰ ਆਰ ਦੀ ਲਾਈਨ ਸਟੈਂਡਰਡ। ਜੋ ਫਸਟ ਹੈ ਯਾਰਡ ਸਟੈਂਡਰਡ, ਇਹਦੀ ਜੋ ਡਾਇਗਰਾਮ ਤੁਸੀਂ ਇਹਦੇ ਵਿੱਚ ਦੇਖ ਸਕਦੇ ਹੋ। ਯਾਰਡ ਸਟੈਂਡਰਡ ਕੀ ਹੈ ਜੀ, ਇੱਕ ਸੋਲਿਡ ਸਕੁਏਅਰ ਬਰਾਊਨਜ਼ ਬਾਰ ਹੈ, ਇੱਕ ਅਲੋਏ ਤੋਂ ਬਣੀ ਹੈ। इसकी जो 38 इंच लॉन्ग है एंड 1 इंच है क्रॉस सैक्शन मतलब तुम 3 व्यू देख, 2 व्यू देख रहे हो। जो फस्ट व्यू है ये वाला एक ही है साइड व्यू, जो ये वाला की है टॉप व्यू है। ठीक है जी, डायग्राम के तुम देख रहे हो इस दो होल ने, एक होल ए और एक होल ए आ। एक ही ने इन्हों जो डायमीटर है 1.5 इंच है, जो इन्हें डैप्थ है वो 1.5 इंच है। एंड इस गोल्ड प्लग लगाया गया। गोल्ड प्लग कितने लगाया गया, होल दे बिल्कुल होल दे बॉटम ते, ये वाले बॉटम ते की लाया गया गोल्डन प्लग लगाया गया। गोल्डन प्लग ने जो दिखाया गया ये वाला गोल्डन प्लग है। इस ते की 3 लाइन्स ने जी, जो इनग्रेव लाइन्स ने 3 लाइन्स ने जिन्हों का डिस्टेंस अपने आप तो कितना दूर है 1.01 इंच एक दूसरे तो, एक इन्हों की आपस में डिस्टेंस है। दैन यार्ड की है, इट दी यार्ड की है डिस्टेंस है 2 सेंट्रल ट्रांसफरस लाइन्स केड़ियां जो लाइन्स 3 लाइन्स उसते ने गोल्डन प्लग ते ने। ट्रांसफरस लाइन्स ऑन द प्लग जो टैंपरेचर करना है 62 डिग्री फॉरनहीट, जो बाहर का टैंपरेचर 62 डिग्री फॉरनहीट है। दैन उस टाइम जो डिस्टेंस है 2 ट्रांसफरस लाइन के विचाले, ठीक है जी, जो बार उसमें सपोर्ट किया गया रोलर्स से, जिस बार में सपोर्ट किया गया रोलर्स से। डिस्टेंस बिटवीन रोलर इज इक्वल टू कितना होंगे जी L/N² -1। L की है जी लेंथ ऑफ बार है, N की है नंबर ऑफ रोलर्स ने, यानी कि आप अगर डिस्टेंस करना है रोलर के विचाले करना है L/N² -1। L की है लेंथ ऑफ बार एंड N की है नंबर ऑफ रोलर्स। जो नेक्स्ट स्टैंडर्ड है जो अपना इंटरनेशनल स्टैंडर्ड मीटर, यानी कि डायग्राम है जो इसकी जी तुम क्रॉस सैक्शन देख रहे हो, यदा क्रॉस सैक्शन है, इसकी जो लेंथ है होंगी 102 सेंटीमीटर होंगी है। एक्चुअल के किदा दिखू तुहानू, एक्चुअल के तुहानू इदा दिखूगे। अपन जो डायग्राम पहले देखी उस क्रॉस सैक्शन दिखाया गया होया, इसकी लेंथ है कितनी है 102। ठीक है जी, सैकेंड कि इस 2 लाइन्स होनियाँ, जो ए वाली सरफेस है एक लाइन इत्थे होगी, एक लाइन इस एंड पर होगी सरफेस के विचाले, जो इस विचाले जगह बच गई। 2 लाइन्स होनियाँ, जो ये सरफेस है हाईली पॉलिश्ड होगी, और जो इन्होंने 2 लाइन के विचकार डिस्टेंस है उसमें आप करते हैं मेजर करते हैं। ये लाइन्स की ने इस इनग्रेव ने सरफेस के उत्ते। ठीक है जी, यानी कि जो आप डायग्राम है उस दिखाया क्रॉस सैक्शन। ठीक है जी, ये भी की है रोलर से सपोर्ट होगी। जो 2 रोलर के विचकार डिस्टेंस करना वो की होगा L/N² -1। L की है लेंथ ऑफ बार है, N के नंबर ऑफ रोलर, सेम एज इन यार्ड स्टैंडर्ड्स। एंड मीटर किसी ना डिफाइन करते हैं डिस्टेंस बिटवीन द सेंटर पोर्शन ऑफ 2 लाइन्स इनग्रेव्ड एट 0 डिग्री सेंटीग्रेड, यानी कि जो दो लाइन्स ने उससे बनिया इनग्रेव्ड लाइन्स ने उन्होंने विचकार जो डिस्टेंस है किन्ने टैंपरेचर है 0 डिग्री सेंटीग्रेड से। यार्ड स्टैंडर्ड के 62 डिग्री फॉरनहीट। करैक्टरिस्टिक्स की हो सकती हैं लाइन स्टैंडर्ड दियाँ। फस्ट इन्हों यूज़ करना सौखा जी। दूसरा जिस जो एरर आती है, जो इनग्रेव्ड लाइन्स ने उन इनग्रेव्ड लाइन्स एक थिकनेस होगी, जिस करके की होगी अपन जो वैल्यू आ अपन ट्रू वैल्यू तो बिल्कुल एक्यूरेट नहीं मिलूगी, यानी कि एरर होगी। एंड दूसरा की है इस जो प्रोबेबिलिटी होंगी वो पैरेलक्स एरर की होंगी है, यानी कि आप पैरेलक्स एरर ये एग्जिस्ट करूगी जी कि इफेक्ट करूगी एक्यूरेसी में। ये करैक्टरिस्टिक ने लाइन स्टैंडर्ड दी जो सब डिवीजन लाइन स्टैंडर्ड है। जो फस्ट है 4 प्रकार के होंगी है जी,
सब डिवीजन लाइन स्टैंडर्ड ਨੂੰ अगर लाइन स्टैंडर्ड ਨੂੰ मतलब ਅੱਗੇ सब डिवीजन करते हैं। फस्ट है प्राइमरी स्टैंडर्ड, सैकेंडरी स्टैंडर्ड, टर्शरी स्टैंडर्ड, वर्किंग स्टैंडर्ड। प्राइमरी स्टैंडर्ड वो होंगे है जी जिन्होंने आप बहुत केयरफुल कंडीशन दे विच प्रिजर्व करके रखते हैं। इन्हों आप डायरैक्टली यूज़ नहीं करते मैजरमेंट दे विच। ये सिर्फ किस लिए यूज़ किया जाता कैलीब्रेशन के लिए। कैलीब्रेशन किस सैकेंडरी स्टैंडर्ड्स की, जो सैकेंडरी स्टैंडर्ड्स की कैलीब्रेशन करते हैं उदों सिर्फ प्राइमरी स्टैंडर्ड यूज़ किया जाता है। और उस तो बाद जो सैकेंडरी स्टैंडर्ड ने, सैकेंडरी स्टैंडर्ड की है ये बिल्कुल एज ए सेम प्राइमरी स्टैंडर्ड ने। ये डिस्ट्रीब्यूट किए जाते हैं अलग अलग प्लेसिस पर सेफ कस्टडी लिए। इन्हों ओकेजनली कंपेयर किया जाता है प्राइमरी स्टैंडर्ड्स के नाल किस चीज़ लिए, कैलीब्रेशन के लिए। टर्शरी स्टैंडर्ड्स की ने इन्होंने यूज़ किया जाता है फॉर अ रैफरेंस परपज़, वर्किंग के लिए नहीं, फिर सिर्फ रैफरेंस परपज़ यूज़ किया जाता है। लैबोरेटरी दे विच इन्होंने लैबोरेटरी में यूज़ किया जाता है। रैफरेंस कंपैरिजन की है वर्किंग स्टैंडर्ड्स का, यानी कि जो रैफरेंस किस लिए किया जाता है कंपैरिजन लिए विद वर्किंग स्टैंडर्ड्स। यानी कि जो कंपैरिजन करना है उदों इसनूं की करते हैं एज ए रैफरेंस यूज़ करते हैं टर्शरी स्टैंडर्ड में किसी के लैबोरेटरी या वर्कशॉप्स के। जो लास्ट है वर्किंग स्टैंडर्ड, इसनूं लैबोरेटरी में यूज़ किया जाता है वर्कशॉप के। एक ने लो ग्रेड मटीरियल के बने होंगे आ एज कंपेयर टू प्राइमरी, सैकेंडरी एंड टर्शरी। यानी कि सब तो जो आप प्रिजर्व करते हैं वो प्राइमरी है, उस तो नीचे सैकेंडरी करते हैं, फिर टर्शरी आप रैफरेंस यूज़ करते हैं वर्क लैबोरेटरी एंड वर्कशॉप के। एंड जो वर्किंग स्टैंडर्ड इसनूं आप यूज़ करते हैं वर्कशॉप से लैबोरेटरी के, तो ये लो ग्रेड मटीरियल के बने होंगे आ। उस तो नैक्सट है जी एंड स्टैंडर्ड। एंड स्टैंडर्ड की ने जी जो लेंथ जो मैजर करनी आप किसी चीज़ की, दो फ्लैट पैरल सरफेस ने वह विचारे आप डिस्टेंस मैजर करना है, उस टाइम पर जो स्टैंडर्ड यूज़ होंगे ने वो की ने फ्लैट पैरल उस वो की ने एंड स्टैंडर्ड्स ने। इस दे विच की है जो मेजरमेंट जोड़े मैजरमेंट इंस्ट्रूमेंट्स जिनका वर्नियर कैलीपर्स की है वो की दस सकता है अपन किस चीज़ के डिस्टेंस दस सकता है। जो पैरल सरफेस नहीं है ਜਾਂ स्लिप गेजेस होंगे, स्लिप गेजेस में आप जो एक दूसरे कंबाइन करते हैं रिंगिंग प्रोसैस नाल, ठीक है जी। यानी कि उस टाइम पर जो आप यूज़ करते हैं यानी कोई एंड स्टैंडर्ड के लिए यूज़ किए जाते हैं, यानी कि वो दो पैरल सरफेस ने वो डिस्टेंस मैजर करते हैं। एक ही होंगे हाईली एक्यूरेट होंगे आ एंड प्रिसाइज मैजरमेंट होंगी है। इन्हों किहदे लिए यूज़ किया जाता है प्रिसाइज मैजरमेंट के लिए। और जो इन्हें करैक्टरिस्टिक्स ने जी ये वैरी एक्यूरेट होंगे आ। प्रिसाइज इंस्ट्रूमेंट जो सेम चीज़ है, ये जो पैरलक्स एरर होंगी है वो बहुत होंगे बहुत घट चांस ने। और जो दूसरी जो मेजर ड्रॉबैक है जी ਇਹਦਾ ਜਦੋਂ ਆਪਾਂ ਇਹਨੂੰ ਰਿੰਗਿੰਗ ਪ੍ਰੋਸੈਸ ਕਰਦੇ ਹਾਂ, ਜਦੋਂ ਇੱਕ ਦੂਸਰੇ ਨਾਲ ਸਰਫੇਸ ਨਾਲ ਰਬ ਕਰਦੇ ਉੱਥੇ ਵੀਅਰ ਹੋਣ ਦੇ ਚਾਂਸਸ ਹੁੰਦੇ ਨੇ, ਇਸ ਕਰਕੇ ਇਹਨੂੰ ਬਹੁਤ ਕੇਅਰਫੁਲੀ ਹੈਂਡਲ ਕਰਨਾ ਪੈਂਦਾ ਹੈ। ਸੈਕੰਡ ਕੀ ਟਾਈਮ ਕੰਜ਼ਿਊਮਿੰਗ ਹੁੰਦੀ ਹੈ, ਜਦੋਂ ਆਪਾਂ ਰਿੰਗਿੰਗ ਕਰਦੇ ਹਾਂ ਜੋ ਸਲਿਪ ਗੇजेस ਦੇ ਵਿੱਚ ਉਸ 'ਤੇ ਕੁਛ ਟਾਈਮ ਲੱਗਦਾ ਹੈ। ਯਾਨੀ ਕਿ ਜੋ ਕੋਈ ਆਪਾਂ ਸਕੇਲ ਨਾਲ ਕੋਈ ਚੀਜ਼ ਮੈਜ਼ਰ ਕਰਨੀ ਆਪਾਂ ਨੂੰ ਡਾਇਰੈਕਟ ਰੀਡਿੰਗ ਮਿਲ ਜਾਂਦੀ ਹੈ, ਬਟ ਇਸ ਦੇ ਵਿੱਚ ਕੀ ਹੈ ਆਪਾਂ ਨੂੰ ਜੋ ਰਿੰਗਿੰਗ ਕਰਨੀ ਪੈਂਦੀ ਹੈ ਤਾਂ ਉਸ ਟਾਈਮ ਕੀ ਹੁੰਦਾ ਹੈ वो टाइम कंज्यूम होंगे, यानी कि टाइम कंज्यूमिंग प्रोसैस है। ये अपने तीन प्रकार के दो प्रकार के स्टैंडर्ड हो गए जी। फर्स्ट है लाइन स्टैंडर्ड, सैकेंड हो गया एंड स्टैंडर्ड, जो लास्ट है जी वो है वेवलेंथ स्टैंडर्ड। वेवलेंथ स्टैंडर्ड की है जी जो लाइन स्टैंडर्ड है, लाइन स्टैंडर्ड में दो स्टैंडर्ड सीगे जी। फर्स्ट एक सीगा यार्ड स्टैंडर्ड ਤੇ दूसरा सी मीटर स्टैंडर्ड। जो वो स्टैंडर्ड से वो जो बने हुए सी बार बनी हुई सी एक मटीरियल की बनी हुई सी। मटीरियल से जो टैंपरेचर कंडीशन चेंज होंदियां तो मटीरियल दे विच भी एक चेंजिस आउंदियां, यानी कि जो एनवायरनमेंट कंडीशन दे विच चेंज आउंदियां ने, यानी कि टैंपरेचर इंक्रीज़ हो गया, प्रैशर चेंज हो गया, ह्यूमिडिटी चेंज हो गई, ਤਾਂ ਕੀ ਸੀਗਾ ਜੋ ਮਟੀਰੀਅਲ ਸਟੈਂਡਰਡਸ ਨੇ ਉਹਨਾਂ 'ਤੇ ਕੋਈ ਇੰਪੈਕਟ ਜਾਂ ਪ੍ਰਭਾਵ ਪੈਂਦਾ ਸੀ। ਯਾਨੀ ਕਿ ਉਹਨਾਂ ਵਿੱਚ ਕੋਈ ਚੇਂਜਸ ਆਉਂਦੇ ਸੀ, ਜੋ ਰੀਡਿੰਗ ਆਉਂਦੀ ਸੀ ਉਹ ਐਕੂਰੇਟ ਨਹੀਂ ਆਉਂਦੀ ਸੀ ਅਤੇ ਉਹਨਾਂ ਨੂੰ ਰੀਪਰੋਡਿਊਸ ਕਰਨਾ ਵੀ ਈਜ਼ੀ ਨਹੀਂ ਸੀ। ਸੋ ਇੱਕ ਵੇਵਲੈਂਥ ਸਟੈਂਡਰਡ ਬਣਾਇਆ ਗਿਆ ਜੋ ਇੱਦਾਂ ਦਾ ਸੀ ਜਿਸ 'ਤੇ ਇਨਵਾਇਰਮੈਂਟ ਇਫੈਕਟ ਬਿਲਕੁਲ ਨਹੀਂ ਸੀਗਾ ਐਂਡ ਉਸ ਨੂੰ ਰੀਪਰੋਡਿਊਸ ਕਰਨਾ ਵੀ ਬਿਲਕੁਲ ਸੌਖਾ ਸੀ। ਜਿਹਦੀ ਕਰੈਕਟਰਿਸਟਿਕਸ ਕੀ ਸੀ ਜੀ, ਈਜ਼ਲੀ ਅਵੇਲੇਬਲ ਸੀ ਆਲ ਸਟੈਂਡਰਡਾਈਜ਼ ਲੈਬੋਰਟਰੀ ਦੇ ਵਿੱਚ। तो सारों मेन ਇਹਦਾ जो बेनीफिट ਸੀ जो वेरीएशन ਸੀਗੀਆਂ एनवायरमेंटल कंडीशन ਸੀਗੀਆਂ उस करके कोई चेंज नहीं आता सी।
ਜਿੱਦਾਂ ਕਿ ਟੈਂਪਰੇਚਰ ਚੇਂਜ ਹੋ ਗਿਆ, ਪ੍ਰੈਸ਼ਰ ਚੇਂਜ ਹੋ ਗਿਆ, ਇਹਨਾਂ ਚੀਜ਼ਾਂ ਜਾਂ ਇਹਨਾਂ ਪ੍ਰੋਪਰਟੀ ਚੇਂਜ ਹੋਣ ਦੇ ਨਾਲ ਇਸ ਸਟੈਂਡਰਡ ਦੇ ਵਿੱਚ ਕੋਈ ਚੇਂਜ ਨਹੀਂ ਆਉਂਦਾ ਸੀ। ਇਸ ਕਰਕੇ ਜੋ ਵੇਵਲੈਂਥ ਸਟੈਂਡਰਡ ਸੀਗਾ ਮਟੀਰੀਅਲ ਸਟੈਂਡਰਡ ਤੋਂ ਥੋੜ੍ਹਾ ਜਿਹਾ ਬੈਟਰ ਸੀ। ਇਹ ਆਪਾਂ 3 ਟਾਈਪ ਦੇ ਸਟੈਂਡਰਡ ਕੀਤੇ ਨੇ ਜੀ, ਲਾਈਨ ਸਟੈਂਡਰਡ, ਐਂਡ ਸਟੈਂਡਰਡ ਐਂਡ ਵੇਵਲੈਂਥ ਸਟੈਂਡਰਡ। ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਐਰਰਸ ਦੀ। ਜਦੋਂ ਆਪਾਂ ਮੈਜ਼ਰਮੈਂਟ ਕਰਦੇ ਹਾਂ ਉਸ ਟਾਈਮ 'ਤੇ ਪੋਸੀਬਿਲਿਟੀ ਹੁੰਦੀ ਹੈ ਕਿ ਉਸ ਦੇ ਵਿੱਚ ਥੋੜ੍ਹੀ ਬਹੁਤ ਐਰਰ ਹੋਵੇਗੀ, ਯਾਨੀ ਕਿ ਉਸ ਐਰਰ ਨੂੰ ਆਪਾਂ ਕਿੱਦਾਂ ਕਲਾਸੀਫਾਈ ਕਰਦੇ ਹਾਂ, ਕੋਈ ਕਿਸ ਟਾਈਪ ਦੇ ਹੁੰਦੇ ਨੇ, ਉਹਨਾਂ ਬਾਰੇ ਸਟੱਡੀ ਕਰਾਂਗੇ। ਫਸਟ ਆਫ ਆਲ ਐਰਰ ਕੀ ਹੁੰਦੀ ਆ, ਮੰਨ ਲਓ ਕੋਈ ਇਹ ਬਾਰ ਹੈ ਜਿਸ ਦੀ ਲੈਂਥ ਹੈ 5 ਸੈਂਟੀਮੀਟਰ ਹੈ। ਆਪਾਂ ਇਹ ਦੀ ਕੀ ਹੈ ਟਰੂ ਵੈਲਿਊ ਹੈ 5 ਸੈਂਟੀਮੀਟਰ, ਬਟ ਜਦੋਂ ਆਪਾਂ ਇਹਨੂੰ ਮੈਜ਼ਰ ਕਰਦੇ ਹਾਂ ਇਸ ਦੀ ਵੈਲਿਊ 5 ਦੇ ਕਲੋਜ਼ ਹੋ ਸਕਦੀ ਹੈ, ਥੋੜ੍ਹੀ ਜ਼ਿਆਦਾ ਹੋ ਸਕਦੀ ਹੈ, ਥੋੜ੍ਹੀ ਘੱਟ ਹੋ ਸਕਦੀ ਹੈ। ਯਾਨੀ ਕਿ ਇਹਨਾਂ ਦੇ ਵਿੱਚ ਜੋ ਡਿਫਰੈਂਸ ਹੈ ਮੈਜ਼ਰ ਵੈਲਿਊ ਅਤੇ ਟਰੂ ਵੈਲਿਊ ਦੇ ਵਿੱਚ, ਉਹ ਕੀ ਹੈ ਐਰਰ। ਡਿਫਰੈਂਸ ਬਿਟਵੀਨ ਮੈਜ਼ਰ ਵੈਲਿਊ ਐਂਡ ਟਰੂ ਵੈਲਿਊ ਉਸਨੂੰ ਕਹਿੰਦੇ ਨੇ ਐਰਰ। ਦੈਨ ਐਰਰ 2 ਟਾਈਪਸ ਦੀ ਹੈ। ਫਸਟ ਹੈ ਐਬਸਲੂਟ ਐਰਰ। ਐਬਸਲੂਟ ਐਰਰ ਕਿਹੜੀ ਹੈ, ਜਦੋਂ ਮੈਜ਼ਰਡ ਵੈਲਿਊ ਨੂੰ ਆਪਾਂ ਟਰੂ ਵੈਲਿਊ ਦੇ ਨਾਲ ਕੰਪੇਅਰ ਕਰਦੇ ਹਾਂ। ਇੱਕ ਟਰੂ ਵੈਲਿਊ ਹੈ, ਇੱਕ ਆਪਾਂ ਵੈਲਿਊ ਜਿਹੜੀ ਮੈਜ਼ਰ ਕੀਤੀ ਹੈ ਤਾਂ ਕੰਪੇਅਰ ਕਰਦੇ ਹਾਂ, ਉਹ ਕੀ ਹੈ ਟਰੂ ਐਬਸਲੂਟ ਐਰਰ। ਦੈਨ ਐਪਰੈਂਟ ਐਬਸਲੂਟ ਐਰਰ ਕਿਹੜੀ ਹੋਵੇਗੀ, ਜਦੋਂ ਮੈਜ਼ਰਡ ਵੈਲਿਊ ਨੂੰ ਆਪਾਂ ਹੀ ਕਰਦੇ ਹਾਂ ਅਰਥਮੈਟਿਕ ਮੀਨ ਨਾਲ। ਅਰਥਮੈਟਿਕ ਮੀਨ ਦਾ ਮਤਲਬ ਜਦੋਂ ਆਪਾਂ ਨੂੰ ਪਤਾ ਹੈ ਵੀ ਆਪਾਂ ਇਸ ਨੂੰ ਇੱਕ ਵਾਰ ਮੈਜ਼ਰ ਕਰਦੇ ਹਾਂ, ਇੱਕ ਰੀਡਿੰਗ ਆ ਗਈ, ਸੈਕਿੰਡ ਵਾਰ ਮੈਜ਼ਰ ਕਰਦੇ ਹਾਂ ਤਾਂ ਸੈਕਿੰਡ ਰੀਡਿੰਗ ਆ ਗਈ, ਤੀਸਰੀ ਵਾਰ ਮੈਜ਼ਰ ਕਰਦੇ ਥਰਡ ਰੀਡਿੰਗ ਆ ਗਈ। ਯਾਨੀ ਕਿ ਜੋ 4 ਰੀਡਿੰਗ ਆਈਆਂ, ਚਾਰਾਂ ਦਾ ਮੀਨ ਕੱਢ ਲੈਣਾ, ਉਹਨੂੰ ਕੀ ਕਹਿੰਦੇ ਅਰਥਮੈਟਿਕ ਮੀਨ। ਜਦੋਂ ਆਪਾਂ ਅਰਥਮੈਟਿਕ ਮੀਨ ਨਾਲ ਮੈਜ਼ਰ ਕੰਪੇਅਰ ਕਰਦੇ ਹਾਂ, ਉਹਨਾਂ ਡਿਫਰੈਂਸ ਕਰਦੇ ਹਾਂ ਮੈਜ਼ਰਡ ਵੈਲਿਊ ਅਤੇ ਅਰਥਮੈਟਿਕਲ ਮੀਨ ਦਾ, ਦੈਨ ਉਹ ਕੀ ਹੈ ਐਪਰੈਂਟ ਐਬਸਲੂਟ ਐਰਰ। ਰਿਲੇਟਿਵ ਐਰਰ ਸਿੰਪਲੀ ਕੁਛ ਨਹੀਂ ਹੈ, ਕੀ ਹੈ ਕੋਸ਼ੈਂਟ ਹੈ ਐਬਸਲੂਟ ਐਰਰ ਅਤੇ ਵੈਲਿਊ ਆਫ ਕੰਪੈਰੀਜ਼ਨ ਦਾ, ਜਿਸ ਨਾਲ ਆਪਾਂ ਕੰਪੇਅਰ ਕਰ ਰਹੇ ਹਾਂ, ਯਾਨੀ ਕਿ ਟਰੂ ਵੈਲਿਊ ਕਰ ਰਹੇ ਹਾਂ ਤਾਂ ਇਹ ਕੀ ਆ ਉਹਦਾ ਕੋਸ਼ੈਂਟ ਹੈ ਰਿਲੇਟਿਵ ਐਰਰ। ਜੋ ਨੈਕਸਟ ਹੈ ਕਲਾਸੀਫਿਕੇਸ਼ਨ ਆਫ ਐਰਰ ਦੀ। ਐਰਰ ਮੈਜ਼ਰ